ਅਭੁੱਲ ਜਾਦਾਂ ਗਿਆਨੀ ਸੋਹਣ ਸਿੰਘ ਸੀਤਲ ਭਾਗ 9। ਸੱਚ ਕਹਿਣ ਦੀ ਸਜ਼ਾ, ਮੰਗਿਆਂ ਤਾਂ ਪਾਪ ਵੀ ਉਧਾਰੇ ਨਹੀਂ ਮਿਲਦੇ। ਮਲਾਇਆ ਫੇਰੀ ਪਰਦੇਸ ਨਾਲ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚ ਕਹਿਣ ਦੀ ਸਜ਼ਾ। ਅਨੋਖਾ ਲੋਕ ਰਾਜ ਭਾਵ ਲੋਕਾਂ ਦਾ ਰਾਜ। ਪੰਜਾਬੀ ਸੂਬਾ ਜਿੰਦਾਬਾਦ ਕਹੋ ਤੇ ਜੇਲ੍ਹ ਬੰਦ ਹੋ ਜਾਓ। ਪਰ ਕਈ ਤਾਂ ਨੀਲੀ ਦਸਤਾਰ ਤੇ ਗਾਤਰੇ ਕਿਰਪਾਨ, ਬਸ ਇੰਨੇ ਕਾਰਨ ਹੀ ਜੇਲ੍ਹ ਬੰਦ। ਲੋਕ ਰਾਜ ਬਾਰੇ ਇੱਕ ਵਿਅੰਗ ਹੈ। ਲੋਕ ਰਾਜ ਹੈ ਕੀ? ਲੋਕ ਰਾਜ ਲੋਕਾਂ ਰਾਹੀਂ, ਲੋਕਾਂ ਵਾਸਤੇ। ਪਰ ਕਈ ਵਾਰ ਕਾਬਜ਼ ਲੋਕ ਇਸ ਦੇ ਸ਼ਬਦ ਜੋੜ ਬਦਲ ਲੈਂਦੇ ਹਨ। ਲੋਕ ਰਾਜ ਡੈਮੋਕ੍ਰੇਸੀ ਕੀ ਹੈ? ਲੋਕਾਂ ਨੂੰ ਖਰੀਦੋ, ਵੋਟਾਂ ਖਰੀਦੋ ਤੇ ਲੋਕਾਂ ਤੋਂ ਦੂਰ। ਪੰਜਾਬੀ ਖੈਰ, ਅਸੀਂ ਗੱਲ ਕਰ ਰਹੇ ਸਾਂ ਪੰਜਾਬੀ ਸੂਬੇ ਦੇ 1955 ਦੇ ਮੋਰਚੇ ਦੀ। 50-55 ਹਜ਼ਾਰ ਸਿੱਖ ਕੈਦ ਹੋਏ। ਸਵਾਲ ਗਿਣਤੀ ਦਾ ਨਹੀਂ, ਸਵਾਲ ਇਹ ਹੈ ਕਿ ਜਥੇ ਜਾਣੇ ਪਹਿਲਾਂ ਰੁਕੇ ਜਾਂ ਜੇਲ੍ਹਾਂ ਦੇ ਬੂਹੇ ਪਹਿਲਾਂ ਬੰਦ ਹੋਏ। ਲਓ ਜੀ, ਮੋਰਚਾ ਫਤਿਹ ਹੋ ਗਿਆ। ਸਿੱਖਾਂ ਦੇ ਵਾਹਿਗੁਰੂ ਲਾ ਸ਼ਰੀਕ ਲੀਡਰ ਮਾਸਟਰ ਤਾਰਾ ਸਿੰਘ ਦੀ ਮੁਲਾਕਾਤ ਪੰਡਤ ਜਵਾਹਰ ਲਾਲ ਨਹਿਰੂ ਨਾਲ ਹੋਈ। ਚਾਹ ਦੀ ਮੇਜ਼ ਉੱਤੇ ਫੈਸਲਾ ਹੋ ਗਿਆ, ਮਾਸਟਰ ਜੀ, ਤੁਸੀਂ ਕਾਂਗਰਸ ਦੀ ਅੰਮ੍ਰਿਤਸਰ ਵਾਲੀ ਕਾਨਫਰੰਸ ਕਾਮਯਾਬ ਕਰਾ ਦਿਓ ਤੇ ਜੋ ਕਹੋਗੇ ਹੋ ਜਾਏਗਾ। ਕਿਸੇ ਕਾਨਫਰੰਸ ਦੀ ਕਾਮਯਾਬੀ ਦਾ ਅਰਥ ਹੁੰਦਾ ਹੈ ਉਸ ਦੀ ਹਾਜ਼ਰੀ। ਪ੍ਰੋਗਰਾਮ ਅਨੁਸਾਰ ਮੰਜੀ ਸਾਹਿਬ ਦਰਬਾਰ ਸਾਹਿਬ ਤੋਂ ਜਲੂਸ ਨਿਕਲਣਾ ਸੀ ਤੇ ਕਾਨਫਰੰਸ ਵਾਲੀ ਥਾਂ ਜਾ ਕੇ ਸਮਾਪਤ ਹੋਣਾ ਸੀ। ਪਰਦੇਸੀ ਪੱਤਰ ਪ੍ਰੇਰਕਾਂ ਦੇ ਅੰਦਾਜ਼ੇ ਅਨੁਸਾਰ ਜਲੂਸ ਦੀ ਹਾਜ਼ਰੀ 10 ਲੱਖ ਤੋਂ ਉੱਪਰ ਸੀ। ਜਲੂਸ ਤੋਂ ਪਹਿਲੀ ਰਾਤ ਮੈਂ ਅੰਮ੍ਰਿਤਸਰ ਅਕਾਲੀ ਦਲ ਦੇ ਦਫ਼ਤਰ ਵਿੱਚ ਸਾਂ। ਗਿਆਨੀ ਕਰਤਾਰ ਸਿੰਘ ਜੀ ਤੇ ਸਰਦਾਰ ਹੁਕਮ ਸਿੰਘ ਜੀ ਵੀ ਉੱਥੇ ਹੀ ਸਨ। ਅੰਦਰ ਖਾਤੇ ਹੋਏ ਸਮਝੌਤੇ ਦਾ ਸਾਨੂੰ ਪਤਾ ਲੱਗ ਚੁੱਕਾ ਸੀ। ਮੈਂ ਉਹਨਾਂ ਦੋਹਾਂ ਸੱਜਣਾਂ ਨੂੰ ਮਿਲਿਆ। ਦੋਹਾਂ ਸਾਹਮਣੇ ਮੇਰਾ ਇੱਕੋ ਸਵਾਲ ਸੀ, ਦੱਸੋ 50,000 ਸਿੱਖ ਕੈਦ ਕਰਵਾ ਕੇ ਲਿਆ ਕੀ ਜੇ? ਦੋਹਾਂ ਮਹਾਨ ਲੀਡਰਾਂ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ। ਬੜੀ ਲੰਮੀ ਸੋਚ ਵਿਚਾਰ ਪਿੱਛੋਂ ਅਸੀਂ ਇਸ ਸਿੱਟੇ ਤੇ ਪੁੱਜੇ ਕਿ ਕੌਮ ਜਿੱਤ ਗਈ ਹੈ ਪਰ ਸਿੱਖਾਂ ਦੀ ਲੀਡਰਸ਼ਿਪ ਹਾਰ ਗਈ ਹੈ। ਮੇਰਾ ਦ੍ਰਿੜ ਵਿਸ਼ਵਾਸ ਹੈ ਕਿ ਲੜਾਈ ਭਾਵੇਂ ਗਰਮ ਹੋਵੇ ਤੇ ਭਾਵੇਂ ਠੰਡੀ, ਕੌਮਾਂ ਲੜਾਈ ਵਿੱਚ ਨਹੀਂ ਸੁਲ੍ਹਾ ਵਿੱਚ ਮਰਦੀਆਂ ਹਨ। ਅੱਧੀ ਰਾਤ ਦੀ ਸੋਚ ਵਿਚਾਰ ਪਿੱਛੋਂ ਅਸੀਂ ਤਿੰਨੇ ਇਸ ਸਿੱਟੇ ਤੇ ਪੁੱਜੇ ਕਿ ਸਿੱਖ ਲੀਡਰਸ਼ਿਪ ਨੂੰ ਆਪਣੀ ਹਾਰ ਮੰਨ ਲੈਣੀ ਚਾਹੀਦੀ ਹੈ। ਸੱਚੇ ਦਿਲੋਂ ਆਪਣੀ ਕਮਜ਼ੋਰੀ ਨੂੰ ਮੰਨ ਲੈਣਾ ਬਹੁਤ ਵੱਡੀ ਬਹਾਦਰੀ ਹੈ। ਇਨਸਾਨ ਦੀ ਵੱਡੀ ਕਮਜ਼ੋਰੀ ਇਹ ਹੈ ਕਿ ਇਹ ਆਪਣੀ ਕਮਜ਼ੋਰੀ ਕਦੇ ਪ੍ਰਵਾਨ ਨਹੀਂ ਕਰਦਾ। ਇਲਾਜ ਇਹ ਸੀ ਕਿ ਜਲੂਸ ਵਾਸਤੇ ਜਾਂ ਸੰਗਤ ਮੰਜੀ ਸਾਹਿਬ ਇਕੱਤਰ ਹੋਵੇ ਤਾਂ ਸਾਫ਼ ਐਲਾਨ ਕਰ ਦਿੱਤਾ ਜਾਵੇ, ਖਾਲਸਾ ਜੀ, ਕੌਮ ਤਾਂ ਜਿੱਤ ਗਈ ਹੈ ਪਰ ਅਸੀਂ ਲੀਡਰ ਹਾਰ ਗਏ ਹਾਂ। ਅਸੀਂ ਤੁਹਾਨੂੰ ਗੁਰੂ ਦਾ ਵਾਸਤਾ ਪਾ ਕੇ ਕਹਿੰਦੇ ਹਾਂ ਕਿ ਸਾਰੇ ਘਰੋਂ ਘਰੀ ਚਲੇ ਜਾਓ। ਜਲੂਸ ਵੀ ਕੈਂਸਲ ਤੇ ਕਾਨਫਰੰਸ ਵੀ ਬੰਦ। ਅਸੀਂ ਧੋਖਾ ਖਾ ਗਏ ਹਾਂ, ਸੋ ਕਾਂਗਰਸ ਦੀ ਕਾਨਫਰੰਸ ਵਿੱਚ ਕੋਈ ਨਾ ਜਾਵੇ। ਸਿੱਟਾ ਇਹ ਨਿਕਲੇਗਾ ਕਿ ਕਾਂਗਰਸ ਦੀ ਕਾਨਫਰੰਸ ਫੇਲ ਹੋ ਜਾਵੇਗੀ। ਦੋਵੇਂ ਬਜ਼ੁਰਗ ਲੀਡਰ ਇਸ ਤਜਵੀਜ਼ ਨਾਲ ਸਹਿਮਤ ਸਨ। ਹੁਣ ਸਵਾਲ ਇਹ ਸੀ ਕਿ ਮਾਸਟਰ ਜੀ ਨੂੰ ਕੌਣ ਮਨਾਵੇ? ਮੈਂ ਤਾਂ ਇੱਕ ਮਾਮੂਲੀ ਢਾਡੀ ਹੀ ਸੀ ਨਾ, ਪਰ ਉਹਨਾਂ ਦੋਹਾਂ ਆਗੂਆਂ ਵਿੱਚੋਂ ਵੀ ਕਿਸੇ ਦਾ ਹੌਸਲਾ ਨਾ ਪਿਆ ਮਾਸਟਰ ਜੀ ਨਾਲ ਗੱਲ ਕਰਨ ਦਾ। ਉਹਨਾਂ ਦੇ ਸੁਭਾਅ ਤੋਂ ਸਾਰੇ ਜਾਣੂ ਸਨ। ਖੈਰ, ਪ੍ਰੋਗਰਾਮ ਅਨੁਸਾਰ ਜਲੂਸ ਵੀ ਨਿਕਲਿਆ ਤੇ ਅਗਲੇ ਦਿਨ ਕਾਨਫਰੰਸ ਵੀ ਹੋਈ। ਦੋਹਾਂ ਕਾਨਫਰੰਸਾਂ ਦੇ ਸਟੇਜਾਂ ਦੇ ਸੰਨ ਵਿੱਚ ਇੱਕ ਸੜਕ ਸੀ। ਕਾਂਗਰਸ ਦੀ ਕਾਨਫਰੰਸ ਦਿਨ ਦੇ 1:30 ਵਜੇ ਤੋਂ ਸ਼ੁਰੂ ਹੋਣੀ ਸੀ, ਸੋ ਪ੍ਰੋਗਰਾਮ ਅਨੁਸਾਰ ਅਕਾਲੀਆਂ ਨੇ ਪੂਰੇ 1 ਵਜੇ ਭੋਗ ਪਾ ਦੇਣਾ ਸੀ। ਰਾਗੀ ਜਥੇ ਪਿੱਛੋਂ ਮੇਰੇ ਢਾਡੀ ਜਥੇ ਦੀ ਵਾਰੀ ਸੀ। ਸਾਰੇ ਨਾਮਵਰ ਲੀਡਰ ਸਟੇਜ ਤੇ ਬੈਠੇ ਸਨ। ਮੈਂ ਸਭਰਾਵਾਂ ਦੀ ਲੜਾਈ ਦੀ ਵਾਰ ਕਹੀ। ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਇਸ ਨੂੰ ਦਲੇਰੀ ਕਹਿ ਲਓ, ਗਲਤੀ ਜਾਂ ਫਰਜ਼। ਮੈਥੋਂ ਰਿਹਾ ਨਾ ਗਿਆ। ਮੈਂ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ, ਖਾਲਸਾ ਜੀ, ਕੌਮ ਜਿੱਤ ਗਈ ਹੈ ਪਰ ਲੀਡਰ ਹਾਰ ਗਏ ਹਨ। ਕੀ ਇਹ ਦੱਸਣ ਦੀ ਕਿਰਪਾ ਕਰਨਗੇ ਕਿ ਇੰਨੀ ਕੁਰਬਾਨੀ ਦੇਣ ਪਿੱਛੋਂ
इन्ना लिया की है। स्टेज सैकटरी ने फौरन उठ के मेरे अगों माइक चुक लिया ते जिन्ना कुछ वो मेरे विरुद्ध कह सकदा सी मालकां नूं खुश करन वास्ते कहा। फिर वारी आई लीडर साहबान दी। इत्थों तक कि ਗਿਆਨੀ करतार सिंह जी ते सरदार हुकम सिंह जी ने भी मेरी मुखालफत की, पर बड़ी साऊ बोली विच। मगरों मास्टर तारा सिंह जी ने अपनी टकसाली बोली विच लैक्चर शुरू किया। वो इन्ने गुस्से विच सन कि कई वाक भी सही नहीं सन कह सकते। सिट्टा ये कि अकाली कानफ्रेंस सिर्फ मेरे खिलाफ कानफ्रेंस बन के रह गए। शुक्र है कि उधरों 1 वज गया ते अकालियां दे स्पीकर बंद हो गए। सरकार नाल वादा जो सी मैं ते मेरे साथियां ने तां उथों खिसकण दी कीती। आम लोकां दे मन विच आई, चलो हुण सुणीए पंडित नेहरू की कहिंदा है। सो बहुत सारे लोग उठ के सड़कों दूजे पासे कांग्रेस की कानफ्रेंस विच जा बैठे। अगले दिन अखबारां विच पंडित नेहरू की कानफ्रेंस दीयां फोटो छप गईयां। महान नेता सफल कानफ्रेंस अथाह इकट्ठ लखां दी हाज़री। शुक्र है उस दिन दे अखबारां विच मेरा नाम भी सी। सिखां दे महान लीडर मास्टर तारा सिंह जी का बयान, सोहण सिंह सीतल नूं अकाली दल विचों कढ दिता गया है। वो पंथ दा अंगे डैश डैश अपने बारे अपनी कलम नाल की लिखां। जिन्ने को शुभ शब्द वरते जा सकते सन मेरे बारे वरते गए। ये इक्के दिन खत्म नहीं हो गया। हर रोज़ मेरे बारे कुछ ना कुछ लिखिया जाता सी। इत्थों तक कि संगतां नूं वार-वार बेनती की जाती, कोई सिख संगत इस नूं बुलावे ना। अकाली दल चों कढ़े जाण बारे मैं सोचदा कि लो उस सिपाही का नाम कटिया गया है जिहड़ा कदे भर्ती ही नहीं होया। मैं अकाली दल का हमैती तां सां पर मैंबर कदे नहीं सा बनिया। मैं चुप रहा। हफ्ते को पिछों मेरे पास समझाउण वाले उपकारी सज्जन आउण लग पे। तू ही जिद छड्ड दे, चल मास्टर जी तो माफ़ी मंग लै। हर एक नाल मेरा इक्को उत्तर हुंदा, जो मैं गल कही सी वो सच्ची है जां झूठी। इन्नी कौम कैद करवा के की लिया है? भाई गल तां तेरी सच्ची सी, पर मास्टर जी की जिद का की इलाज? तू ही हार मन जा। मेरी गलती मैनू समझा दिओ, मैं हर तरह माफ़ी मंगण नूं तैयार हाँ। पर जे मैं सच कहा है तां मैं आप ही अपने सच नूं झूठ विच किवें बदलां? गलती कोई नहीं सी, पर गल इत्थे आके मुक जांदी। पर मास्टर जी वल्लों गल नहीं सी मुकी। उन्हां चिट्ठियां लिख लिख के साडे बुक हो चुके प्रोग्राम कैंसल करवा दिते। जिद इस गल दी सी कि इस बंदे नूं झुका के दम लैणा है। जिथे कोई सानू कीर्तन वास्ते बुला लैंदा, पिछों उस तों पुछया जांदा कि तुसां क्यों बुलाया है। 1960 ईस्वी विच मलाया दी एक पार्टी सानू उत्थे लै गई तां मास्टर जी दे हुक्मनामे साडे खिलाफ उत्थे भी पहुँच गए। कौम दी खातर सच कहण दी सज़ा। पर मैनू इस बेइनसाफी वाली सज़ा बारे कोई गिला जां अफसोस नहीं। मेरी आत्मा कहती है कि जो मैं कहा सी वो ठीक सी। मंगिया तां पाप भी उधारे नहीं मिलते। एक बार सच की खातर मिली हुई सज़ा भी वरदान बन जाती है। लोग फिर सानू सदन लग पे, पर बीती तो सबक सीख के मैं कुछ निशाना बदल लिया। ना मैं किसी पोलीटिकल पार्टी के उचेचा हक विच कहंदा ते ना ही किसी का विरोध करदा। सिर्फ सिख धर्म ते इतिहास का प्रचार ही मैं मनोरथ मिथ लिया। धर्म नालों धड़ा प्यारा दा नीतक सिद्धांत त्याग दिता। मैं उस समय के साथियों का धन्नवादी हाँ। उन्हां उत्ते भी दबाव पाया गया कि वो मेरा साथ छड्ड जाण, पर उन्हां साथ ना छड्डिया। ज्यों-ज्यों विरोधी फतवे पुराने हुंदे गए, मेरे जथे की मंग वधदी गई। ये 55-56 की गल है। असीं अमृतसर के एक मुहल्ले विच 2 दिन के प्रोग्राम ते सां। असीं चुबारे के परछावें मंजियां ते बैठे सां। हेठों पौड़ियां चढ़न की आवाज़ आई। मेरे साथियों ने आउण वालियां वास्ते एक मंजा खाली कर दिता। आउण वाली एक 22-23 साल की लड़की सी ते एक बिरध माई। वो लड़की निरा हड्डियां दा पिंजर सी। पता नहीं ਉਹਦੀ जान कित्थे अड़ी हुई सी। वो मेरे पैरों में बैठ गई। लागे ही दूसरी बजुर्ग बैठ गई। मैं बड़ा जोर लाया कि वो सामने मंजे ते बैठण, पर वो मनिया ना। 5-7 मिनट विच उस लड़की का साह जरा टिकाणे होया
ਤਾਂ ਧੀਮੀ ਜਿਹੀ ਆਵਾਜ਼ ਵਿੱਚ ਬੋਲੀ, ਪਿਤਾ ਜੀ, ਮੈਂ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਨੇ, ਪਰ ਇਕੱਲਿਆਂ ਨਾਲ। ਮੇਰੇ ਸਾਥੀ ਇਸ਼ਾਰਾ ਪਾ ਕੇ ਦੂਸਰੇ ਕਮਰੇ ਵਿੱਚ ਚਲੇ ਗਏ। ਸਾਹ ਲੈ ਕੇ ਉਹ ਲੜਕੀ ਬੋਲੀ, ਮੇਰੀ ਉਮਰ ਮਸਾਂ 14 ਸਾਲ ਦੀ ਸੀ ਜਦ ਪਾਕਿਸਤਾਨ ਬਣਿਆ ਹੈ। ਆਉਂਦਿਆਂ ਮਾਪਿਆਂ ਨੇ ਮੇਰਾ ਵਿਆਹ ਕਰ ਦਿੱਤਾ। ਮੈਂ ਉਹਨਾਂ ਨੂੰ ਦੋਸ਼ੀ ਨਹੀਂ ਸਮਝਦੀ। ਉਹਨਾਂ ਕੋਲ ਆਪਣੇ ਖਾਣ ਨੂੰ ਨਹੀਂ ਸੀ ਤਾਂ ਮੈਨੂੰ ਕਿੱਥੋਂ ਖਵਾਉਂਦੇ। ਕੁਛ ਚਿਰ ਸਾਹ ਲੈ ਕੇ ਉਹ ਫਿਰ ਬੋਲੀ, ਮੇਰਾ ਪਤੀ ਇੱਕ ਪੱਖੋਂ ਦੇਵਤਾ ਹੈ, ਕਦੇ ਉਹਨੇ ਮੈਨੂੰ ਕੌੜਾ ਸ਼ਬਦ ਨਹੀਂ ਕਿਹਾ, ਤੇ ਇੱਕ ਪੱਖੋਂ ਕੀ ਕਹਾਂ। 22 ਸਾਲ ਦੀ ਉਮਰ ਹੈ ਮੇਰੀ, ਤੇ ਮੇਰੇ ਕੁਛੜ ਇਸ ਵੇਲੇ ਚੌਥਾ ਬੱਚਾ ਹੈ। ਡਾਕਟਰ ਕਹਿੰਦੇ ਨੇ ਤੇਰੇ ਸਰੀਰ ਵਿੱਚੋਂ ਲਹੂ ਮੁੱਕ ਗਿਆ ਹੈ, ਤੂੰ ਮਾਸ ਖਾਏਂਗੀ ਤਾਂ ਬਚੇਂਗੀ। ਬੇਟਾ, ਮੈਂ ਬੜੇ ਪਿਆਰ ਨਾਲ ਕਿਹਾ, ਫਿਰ ਤੂੰ ਮਾਸ ਖਾ ਲੈ। ਪਿਤਾ ਜੀ, ਮੈਂ ਉਸ ਖਾਨਦਾਨ ਵਿੱਚ ਜੰਮੀ ਹਾਂ ਜਿੱਥੇ ਗੰਢੇ ਦਾ ਤੜਕਾ ਲਾਉਣਾ ਵੀ ਪਾਪ ਸਮਝਿਆ ਜਾਂਦਾ ਸੀ। ਹੁਣ ਜਾਨ ਬਚਾਉਣ ਬਦਲੇ ਮੈਂ ਪਾਪ ਦੀ ਭਾਗੀ ਕਿਵੇਂ ਬਣਾ। ਮੈਂ ਉਹਦੇ ਸਿਰ ਤੇ ਹੱਥ ਧਰ ਕੇ ਕਿਹਾ, ਪੁੱਤਰ, ਤੂੰ ਮਾਸ ਖਾ ਲੈ, ਇਸ ਬਦਲੇ ਜੋ ਪਾਪ ਲੱਗੇਗਾ ਉਹ ਮੇਰੇ ਸਿਰ ਰਿਹਾ। ਨਹੀਂ ਪਿਤਾ ਜੀ, ਮੈਂ ਆਪਣੇ ਪਾਪ ਕਿਸੇ ਨੂੰ ਦੇਣ ਵਾਸਤੇ ਤਿਆਰ ਨਹੀਂ। ਉਸ ਵੇਲੇ ਜੋ ਉਸ ਦੀਆਂ ਅੱਖਾਂ ਵਿੱਚ ਚਮਕ ਨਜ਼ਰ ਆ ਰਹੀ ਸੀ, ਉਹ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤੀ ਜਾ ਸਕਦੀ। ਪਰ ਮੈਂ ਉਹਨਾਂ ਅਣਚਾਹੇ ਬੱਚਿਆਂ ਦੀ ਖਾਤਰ ਮਾਸ ਖਾ ਲਵਾਂਗੀ। ਮੈਂ ਪਿਆਰ ਨਾਲ ਉਹਦਾ ਸਿਰ ਪਲੋਸਦਿਆਂ ਕਿਹਾ, ਬੇਟਾ, ਜਾਨ ਬਚਾਉਣ ਵਾਸਤੇ ਮਾਸ ਖਾ ਲੈਣਾ ਕੋਈ ਪਾਪ ਨਹੀਂ। ਤੇਰੀ ਜ਼ਿੰਦਗੀ ਸਿਰਫ ਤੇਰੇ ਵਾਸਤੇ ਹੀ ਨਹੀਂ, ਇਸ ਦੀ ਤੇਰੇ ਬੱਚਿਆਂ ਨੂੰ ਵੀ ਲੋੜ ਹੈ ਤੇ ਤੇਰੇ ਪਤੀ ਨੂੰ ਵੀ। ਸਹਿਜ ਸਹਿਜ ਉਹ ਲੜਕੀ ਸ਼ਾਂਤ ਹੋ ਗਈ। ਜ਼ਰਾ ਸਾਹ ਲੈ ਕੇ ਉਹ ਮੇਰੇ ਪੈਰੀਂ ਹੱਥ ਲਾ ਕੇ ਬੋਲੀ, ਪਿਤਾ ਜੀ, ਤੁਸਾਂ ਮੈਨੂੰ ਮਰਨੋਂ ਬਚਾ ਲਿਆ ਹੈ। ਮੈਂ ਜੀਵਾਂਗੀ, ਉਹਨਾਂ ਸਾਰਿਆਂ ਬਦਲੇ ਜੀਵਾਂਗੀ ਜਿਨ੍ਹਾਂ ਨੂੰ ਮੇਰੀ ਲੋੜ ਹੈ। ਕੁਛ ਚਿਰ ਪਿੱਛੋਂ ਉਹ ਦੋਵੇਂ ਉੱਠ ਕੇ ਚਲੀਆਂ ਗਈਆਂ। ਮੈਂ ਕਿੰਨਾ ਚਿਰ ਸੋਚਦਾ ਰਿਹਾ, ਓਹੋ, ਕਿਸੇ ਤੋਂ ਕੁਛ ਮੰਗ ਕੇ ਆਪਣੇ ਆਪ ਵਿੱਚ ਹੌਲਿਆਂ ਨਹੀਂ ਪੈਣਾ ਚਾਹੀਦਾ। ਮੰਗਿਆਂ ਤਾਂ ਪਾਪ ਵੀ ਉਧਾਰੇ ਨਹੀਂ ਮਿਲਦੇ। ਮਲਾਇਆ ਫੇਰੀ। ਇਹ 1960 ਈਸਵੀ ਦੀ ਗੱਲ ਹੈ। ਮਲਾਇਆ ਦੀ ਇੱਕ ਸਿੱਖ ਸੁਸਾਇਟੀ ਵੱਲੋਂ ਸੱਦਾ ਪੱਤਰ ਲੈ ਕੇ ਗਿਆਨੀ ਇੰਦਰ ਸਿੰਘ ਜੀ ਮੇਰੇ ਪਾਸ ਪਹੁੰਚੇ। ਸੁਭਾਵਿਕ ਹੀ ਕਿਸੇ ਹੋਰ ਮੁਲਕ ਦੀ ਸੈਰ ਕਰਨ ਦੀ ਇੱਛਾ ਉਸ ਉਮਰ ਹੁੰਦੀ ਹੈ। ਫਿਰ ਬੇਗਾਨੇ ਖਰਚ ਤੇ ਪੱਲਿਓਂ ਕੁਛ ਦੇਣ ਦੀ ਥਾਂ ਸਗੋਂ ਕੁਛ ਲੈ ਕੇ ਹੀ ਆਉਣਾ ਸੀ। ਇਹ ਮੇਰਾ ਸਮੁੰਦਰੀ ਸਫ਼ਰ ਦਾ ਪਹਿਲਾ ਤਜਰਬਾ ਸੀ। ਕਲਕੱਤੇ ਤੋਂ ਜਹਾਜ਼ ਵਿੱਚ ਬੈਠੇ 2 ਦਿਨ ਰੰਗੂਨ ਰਹੇ, ਯਾਦਗਾਰੀ ਥਾਵਾਂ ਫਿਰ ਕੇ ਵੇਖੀਆਂ। ਅਗਲੇ ਦਿਨ ਪਿਨਾਗ ਜਾ ਉਤਰੇ, 2 ਦਿਨ ਉੱਥੇ ਗੁਜ਼ਾਰੇ ਤੇ ਅਗਾਂਹ ਮਲਾਇਆ ਦੀ ਰਾਜਧਾਨੀ ਕੁਆਲਾ ਲੰਪੁਰ ਜਾ ਪੁੱਜੇ। ਇਸ ਟੂਰ ਵਿੱਚ 10 ਕੁ ਦਿਨ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਰਹੇ ਤੇ 15-16 ਦਿਨ ਸਿੰਗਾਪੁਰ। ਬਾਕੀ 5 ਮਹੀਨੇ ਸਾਰਾ ਮਲਾਇਆ ਫਿਰ ਕੇ ਵੇਖਿਆ। ਉਹ ਮਲਾਇਆ ਚਲਿਆ ਗਿਆ ਹੈ। ਮੇਰੇ ਵਿਰੋਧੀਆਂ ਦੇ ਫੱਟ ਨਵੇਂ ਸਿਰਿਓਂ ਸੱਜਰੇ ਹੋ ਗਏ। ਉਹਨਾਂ ਮੇਰੇ ਖਿਲਾਫ ਉੱਥੇ ਵੀ ਬਥੇਰੀਆਂ ਚਿੱਠੀਆਂ ਲਿਖੀਆਂ, ਪਰ ਉਹਨਾਂ ਦਾ ਅਸਰ ਕੋਈ ਨਾ ਹੋਇਆ। ਮੇਰੀ ਤਾਂ ਇੱਕੋ ਟੇਕ ਸੀ, ਪ੍ਰਭ ਡੋਰੀ ਹਾਥ ਤੁਮਾਰੇ। ਇਸ ਫੇਰੀ ਬਾਰੇ ਮੈਂ ਨਾਵਲ ਕਾਲੇ ਪਰਛਾਵੇਂ ਲਿਖਿਆ, ਜਿਸ ਨੂੰ ਪਹਿਲਾ ਇਨਾਮ ਮਿਲਿਆ। ਪਰਦੇਸ ਨਾਲ ਸਾਂਝ। ਪਾਕਿਸਤਾਨ ਚੋਂ ਉੱਜੜ ਕੇ ਆਏ ਤਾਂ ਪਹਿਲਾਂ ਜੀਰੇ ਵਿੱਚ 5 ਏਕੜ ਜ਼ਮੀਨ ਮਿਲੀ। 3 ਸਾਲ ਪਿੱਛੋਂ ਜੀਰੇ ਵਿੱਚ 62 ਏਕੜ ਪੱਕੀ ਅਲਾਟ ਹੋਈ। ਉਹ 3 ਸਾਲ ਅਸਾਂ ਬਹੁਤ ਔਖੇ ਕੱਟੇ। ਜੀਰਾ ਛੱਡ ਕੇ ਲੁਧਿਆਣੇ ਪ੍ਰਿੰਟਿੰਗ ਪ੍ਰੈਸ ਆ ਲਾਇਆ। ਦੋਵੇਂ ਵੱਡੇ ਲੜਕੇ ਪੜ੍ਹਨੋਂ ਵੇਰ ਗਏ। ਉਹ ਪੜ੍ਹਨਾ ਚਾਹੁੰਦੇ ਵੀ ਤਾਂ ਮੇਰੇ ਵੱਸੋਂ ਬਾਹਰ ਸੀ। ਤੀਸਰਾ ਲੜਕਾ ਰਘਬੀਰ ਸਿੰਘ ਤੇ ਉਸ ਤੋਂ ਛੋਟੀ ਲੜਕੀ ਪੜ੍ਹਦੇ ਰਹੇ। ਲੜਕੀ MA B.Ed ਕਰ ਗਈ। ਰਘਬੀਰ ਸਿੰਘ ਨੇ ਦਇਆਨੰਦ ਕਾਲਜ ਵਿੱਚੋਂ ਡਾਕਟਰੀ ਪਾਸ ਕਰ ਲਈ। ਉਸ ਦੀ ਇੱਛਾ ਇੰਗਲੈਂਡ ਵਿੱਚ ਸਰਜਰੀ ਦੀ ਉੱਚ ਵਿਦਿਆ ਪ੍ਰਾਪਤ ਕਰਨਾ ਸੀ। ਸੋ ਅਗਸਤ 1960 ਈਸਵੀ ਵਿੱਚ ਉਹ ਇੰਗਲੈਂਡ ਪੁੱਜ ਗਿਆ। ਇੰਗਲੈਂਡ ਵਿੱਚ ਉਹਨੇ 5 ਸਾਲ ਲਾਏ। ਕਿਸੇ ਇੱਕ ਮਜ਼ਮੂਨ ਵਿੱਚ ਸਪੈਸ਼ਲਿਸਟ ਬਣਨ ਦੀ ਥਾਂ ਉਹਨੇ ਸਰਬਪੱਖੀ ਆਲ-ਰਾਊਂਡ ਸਰਜਰੀ ਸਿੱਖੀ। 5 ਸਾਲ ਪਿੱਛੋਂ ਉਹ ਘਰ ਆਇਆ। ਮਾਂ ਨੇ ਛਾਤੀ ਨਾਲ ਲਾਇਆ ਤਾਂ ਉਹਦੇ ਮਨ ਨੂੰ ਸ਼ਾਂਤੀ ਹੋਈ ਤੇ ਮੈਂ ਇੱਕ ਪੱਖੋਂ ਖੁਸ਼ ਸਾਂ ਤੇ ਇੱਕ ਪੱਖੋਂ ਉਦਾਸ। ਜਦ ਮੈਂ ਉਹਨੂੰ ਤੋਰਿਆ ਸੀ, ਉਹ ਅੰਮ੍ਰਿਤਧਾਰੀ ਸੀ ਤੇ ਜਦੋਂ ਵਾਪਸ ਆਇਆ ਸਿਰ ਤੇ ਕੇਸ ਵੀ ਨਹੀਂ ਸਨ। ਮੇਰੇ ਮਨ ਤੇ ਬਹੁਤ ਚੋਟ ਲੱਗੀ, ਪਰ ਸਭ ਕੁਝ ਸਹਿਣਾ ਪਿਆ। ਕੁਝ ਚਿਰ ਪਿੱਛੋਂ ਭਵਿੱਖ ਬਾਰੇ ਗੱਲਾਂ ਚੱਲੀਆਂ। ਮੈਂ ਕਿਹਾ, ਰਘਬੀਰ,
ਕਿਸੇ ਡਾਕਟਰ ਦਾ ਵਲੈਤ ਪਾਸ ਹੋਣਾ ਹੀ ਇੱਥੇ ਬਹੁਤ ਵੱਡੀ ਸ਼ੋਹਰਤ ਹੈ। ਤੂੰ ਆਪਣੀ ਦੁਕਾਨ ਖੋਲ੍ਹ ਲਵੇਂਗਾ ਤਾਂ ਤੈਨੂੰ ਕੋਈ ਘਾਟਾ ਨਹੀਂ। ਉਸ ਦਾ ਉੱਤਰ ਸੀ, ਪਿਤਾ ਜੀ, ਮੈਂ 5 ਸਾਲ ਉਹਨਾਂ ਲੋਕਾਂ ਵਿੱਚ ਕੱਟੇ ਨੇ ਜਿੱਥੇ ਡਾਕਟਰ ਦਾ ਧਰਮ ਮਰੀਜ਼ ਦੀ ਜਾਨ ਬਚਾਉਣਾ ਹੈ, ਤੇ ਇੱਥੇ ਤਾਂ ਮਰੀਜ਼ ਤੜਫ ਤੜਫ ਕੇ ਮਰ ਜਾਏ, ਜਿੰਨਾ ਚਿਰ ਘਰ ਦੇ ਡਾਕਟਰ ਨੂੰ ਕੁਝ ਦੇਣ ਨਾ, ਡਾਕਟਰ ਵੇਖਦਾ ਹੀ ਨਹੀਂ। ਮੈਨੂੰ ਕੈਨੇਡਾ ਜਗ੍ਹਾ ਮਿਲ ਗਈ ਹੈ, ਮੈਂ ਉੱਥੇ ਚਲੇ ਜਾਣਾ ਹੈ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ ਦੇ ਅਸੂਲ ਸਾਹਮਣੇ ਸਿਰ ਝੁਕਾਇਆ ਤੇ ਉਹਨੂੰ ਖੁਸ਼ੀ ਨਾਲ ਤੋਰ ਦਿੱਤਾ। ਉਸ ਦੇ ਵਸੀਲੇ ਨਾਲ ਵੱਡੇ ਦੋਵੇਂ ਲੜਕੇ ਵੀ ਕੈਨੇਡਾ ਦੇ ਸ਼ਹਿਰੀ ਬਣ ਗਏ। ਇਸ ਤਰ੍ਹਾਂ ਉਸ ਦੇਸ਼ ਨਾਲ ਸਾਡੀ ਪੱਕੀ ਸਾਂਝ ਬਣ ਗਈ। 2 ਵਾਰ ਅਸੀਂ ਵੀ ਦੋਵੇਂ ਜੀ ਗਏ। ਭਾਵੇਂ ਬੱਚਿਆਂ ਦੀ ਇੱਛਾ ਸਾਨੂੰ ਪੱਕੇ ਤੌਰ ਤੇ ਉਥੋਂ ਦੇ ਸ਼ਹਿਰੀ ਬਣਾ ਲੈਣ ਦੀ ਸੀ, ਪਰ ਅਸੀਂ ਪੰਜਾਬ ਦਾ ਮੋਹ ਤਿਆਗ ਨਾ ਸਕੇ। ਦੋਵੇਂ ਵਾਰ 2-2 ਮਹੀਨੇ ਉੱਥੇ ਰਹਿ ਕੇ ਅਸੀਂ ਵਾਪਸ ਆ ਗਏ। ਦੁਨੀਆ ਦੇ ਕਿਸੇ ਮੁਲਕ ਦੀ ਕੀ ਗੱਲ, ਸਿੱਖ ਤਾਂ ਸੁਰਗ ਵਿੱਚ ਵੀ ਚਲਾ ਜਾਵੇ ਤਾਂ ਉਹਨੂੰ ਪੰਜਾਬ ਨਹੀਂ ਭੁੱਲੇਗਾ। ਅਭੁੱਲ ਯਾਦਾਂ ਭਾਗ 9ਵਾਂ। ਸ਼੍ਰੋਮਣੀ ਢਾਡੀ ਗਿਆਨੀ ਸੋਹਣ ਸਿੰਘ ਸੀਤਲ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।